ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਭਰਾਓ, ਭੈਣਾਂ ਤੇ ਬੱਚਿਓ, ਸਾਰਿਆਂ ਨੂੰ ਯਿਸੂ ਮਸੀਹ ਦੀ ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਪਵਿੱਤਰ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਦੇ ਲਈ ਜਾ ਰਿਹਾ ਹਾਂ। ਔਰ ਅੱਜ ਦਾ ਜੋ ਵਿਸ਼ਾ ਇਹ ਹੈ ਅਨਮੋਲ ਮੋਤੀ, ਦ ਪ੍ਰੀਸ਼ੀਅਸ ਵਰਲ। ਔਰ ਅੱਜ ਦੇ ਪਵਿੱਤਰ ਪਾਠ ਜੋ ਪਾਕਮਾਜ ਦੀ ਕੁਰਬਾਨੀ ਦੇ ਦੌਰਾਨ ਪੜ੍ਹੇ ਗਏ, ਪਹਿਲਾ ਪਾਠ ਰਾਜਿਆਂ ਦਾ ਪਹਿਲਾ ਗ੍ਰੰਥ ਉਹਦਾ 3 ਅਧਿਆਇ 7 ਤੋਂ ਲੈ ਕੇ 12 ਤੱਕ, ਅਤੇ ਦੂਸਰਾ ਪਾਠ ਰੋਮੀਆਂ ਦਾ ਪੱਤਰ ਉਹਦਾ 8 ਅਧਿਆਇ 28 ਤੋਂ ਲੈ ਕੇ 30 ਤੱਕ, ਅਤੇ ਪਾਕ ਅੰਜੀਲ ਸੰਤ-ਮਤੀ ਦੀ ਅੰਜੀਲ ਉਹਦਾ 13 ਅਧਿਆਇ 44 ਤੋਂ ਲੈ ਕੇ 52 ਤੱਕ। ਪਿਆਰੇ ਭਰਾਓ ਭੈਣਾਂ, ਪਹਿਲੇ ਪਾਠ ਦੇ ਵਿੱਚ ਜਦੋਂ ਅਸੀਂ ਮੰਨਣ ਚਿੰਤ ਕਰਦੇ ਹਾਂ, ਦੱਸਿਆ ਗਿਆ ਹੈ ਕਿ ਸੁਲੇਮਾਨ ਨੇ ਖੁਦਾ ਦੇ ਕੋਲੋਂ ਚੰਗਿਆਈ ਅਤੇ ਬੁਰਾਈ ਨੂੰ ਜਾਣਨ ਦੀ ਦਨਾਈ ਪੁੱਛੀ ਅਤੇ ਖੁਦਾ ਨੇ ਉਸ ਨੂੰ ਇਹ ਦਾਤ ਦੇ ਦਿੱਤੀ। ਜੇਕਰ ਅਸੀਂ ਵੀ ਖੁਦਾ ਕੋਲੋਂ ਚੰਗੀਆਂ ਨਿਯਮਤਾਂ ਲਈ ਮੰਗ ਕਰਦੇ ਹਾਂ ਤਾਂ ਖੁਦਾ ਸਾਨੂੰ ਕਦੀ ਵੀ ਇਨਕਾਰ ਨਹੀਂ ਕਰੇਗਾ। ਅਕਲ ਅਤੇ ਬੁੱਧ ਦਾ ਵਰਦਾਨ ਪਰਮੇਸ਼ਵਰ ਦੇ ਕੋਲੋਂ ਸੁਲੇਮਾਨ ਨਬੀ ਨੇ ਮੰਗਿਆ, ਔਰ ਦੱਸਿਆ ਜਾਂਦਾ ਹੈ ਕਿ ਪ੍ਰਭੂ ਪਰਮੇਸ਼ਵਰ ਸੁਲੇਮਾਨ ਨੂੰ ਕਹਿੰਦਾ ਹੈ, ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ, ਇਸ ਲਈ ਉਸਨੇ ਸੁਲੇਮਾਨ ਨੂੰ ਕਿਹਾ, ਤੂੰ ਮੇਰੇ ਤੋਂ ਲੰਮੀ ਉਮਰ ਮੰਗ ਸਕਦਾ ਸਾਂ, ਤੂੰ ਧਨ ਮਾਲ ਮੰਗ ਸਕਦਾ ਸਾਂ, ਪਰ ਤੂੰ ਇਹਨਾਂ ਸਭ ਚੀਜ਼ਾਂ ਦੀ ਬਜਾਏ ਭਲੇ ਦੀ ਪਛਾਣ ਕਰਨ ਲਈ, ਬਜਾਏ ਬੁਰੇ ਭਲੇ ਦੀ ਪਛਾਣ ਕਰਨ ਲਈ ਬੁੱਧੀ ਮੰਗੀ ਹੈ। ਪਰ ਮੈਂ ਤੇਰੇ ਕਹੇ ਅਨੁਸਾਰ ਕਰਾਂਗਾ, ਮੈਂ ਤੈਨੂੰ ਬੁਰੇ ਭਲੇ ਦੀ ਪਛਾਣ ਕਰਨ ਵਾਲੀ ਇਹੋ ਜਿਹੀ ਬੁੱਧ ਦੇਵਾਂਗਾ ਜੋ ਅੱਜ ਤੱਕ ਤੇਰੇ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਹੋਵੇ ਅਤੇ ਨਾ ਮਿਲੇਗੀ। ਸੱਚਮੁੱਚ ਅਸੀਂ ਪਰਮੇਸ਼ਰ ਦੇ ਕੋਲ ਕੀ ਮੰਗਦੇ ਹਾਂ? ਧਨ ਦੌਲਤ ਜਾਂ ਫਿਰ ਤਰੱਕੀ ਆਪਣੇ ਜੀਵਨ ਦੇ ਵਿੱਚ? ਕਿ ਅਸੀਂ ਕਦੀ ਖੁਦਾ ਦੇ ਕੋਲੋਂ ਅਕਲ ਅਤੇ ਬੁੱਧ ਦਾ ਵਰਦਾਨ ਮੰਗਿਆ ਹੈ? ਜੇ ਮੰਗਿਆ ਹੈ ਤਾਂ ਖੁਦਾ ਦਾ ਧੰਨਵਾਦ ਹੋਵੇ, ਜੇ ਨਹੀਂ ਮੰਗਿਆ ਤੇ ਅੱਜ ਦੇ ਪਵਿੱਤਰ ਪਾਠ ਜੋ ਅੱਜ ਦਾ ਪਹਿਲਾ ਪਾਠ ਅਸੀਂ ਸੁਣਿਆ ਹੈ, ਮੈਂ ਚਾਹੁੰਦਾ ਹਾਂ ਤੁਸੀਂ ਆਪਣੇ ਘਰ ਵਿੱਚ ਅੱਜ ਦੇ ਇਹ ਪਹਿਲੇ ਪਾਠ ਨੂੰ ਜੋ ਪੜ੍ਹਨਾ ਹੈ, ਰਾਜਿਆਂ ਦਾ ਪਹਿਲਾ ਗ੍ਰੰਥ ਉਹਦਾ 3 ਅਧਿਆਇ ਨੂੰ ਜ਼ਰੂਰ ਪੜ੍ਹਨਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੇ ਕੋਲੋਂ ਇਹ ਸੁਲੇਮਾਨ ਨਬੀ ਲੋਕਾਂ ਦੇ ਲਈ ਕਹਿੰਦਾ ਹੈ ਕਿ ਮੈਂ ਲੋਕਾਂ ਦਾ ਨਿਆਂ ਕਰਨ ਦੇ ਲਈ, ਜਿਸ ਤਰ੍ਹਾਂ ਤੂੰ ਮੇਰੇ ਪਿਤਾ ਦਾਊਦ ਉੱਤੇ ਦਇਆ ਕੀਤੀ ਹੈ ਮੇਰੇ ਪਰਮੇਸ਼ਵਰ, ਉਸੇ ਤਰ੍ਹਾਂ ਮੇਰੇ ਉੱਤੇ ਦਇਆ ਕਰੋ। ਔਰ ਅੱਜ ਦਾ ਦੂਸਰਾ ਪਾਠ ਰੋਮੀਆਂ ਦਾ ਪੱਤਰ, ਜਿਸ ਤਰ੍ਹਾਂ ਸੰਤ ਪੌਲੁਸ ਰਸੂਲ ਕਹਿੰਦੇ ਹਨ ਕਿ ਯਿਸੂ ਮਸੀਹ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਹਿੱਸੇਦਾਰ ਬਣਾ ਲਿਆ ਹੈ। ਜੇਕਰ ਅਸੀਂ ਇਸ ਗੱਲ ਤੇ ਭਰੋਸਾ ਰੱਖੀਏ ਤਾਂ ਉਹ ਸਾਡੇ ਜੀਵਨ ਦੀਆਂ ਮੁਸ਼ਕਲਾਂ ਨੂੰ ਭਲਾਈ ਵਿੱਚ ਬਦਲ ਦੇਵੇਗਾ, ਉਹ ਸਾਡੀਆਂ ਮੁਸੀਬਤਾਂ ਨੂੰ ਖੁਸ਼ੀ ਵਿੱਚ ਬਦਲ ਦੇਵੇਗਾ। ਪ੍ਰਭੂ ਦੇ ਨਾਲ ਸਾਡਾ ਸੰਬੰਧ, ਪ੍ਰਭੂ ਦੇ ਵਚਨ ਉੱਤੇ ਸਾਡਾ ਵਿਸ਼ਵਾਸ, ਖੁਦਾ ਦੇ ਨਾਲ ਰਹਿ ਕੇ ਜੀਵਨ ਗੁਜ਼ਾਰਨਾ, ਖੁਦਾ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰਨਾ, ਤੇ ਫਿਰ ਸੱਚਮੁੱਚ ਖੁਦਾ ਆਪਣੇ ਲੋਕਾਂ ਉੱਤੇ ਦਇਆ ਕਰਦਾ ਹੈ, ਆਪਣੇ ਬੰਦਿਆਂ ਨੂੰ ਕਦੀ ਨਹੀਂ ਛੱਡਦਾ, ਆਪਣੇ ਵਿਸ਼ਵਾਸੀਆਂ ਉੱਤੇ ਹਮੇਸ਼ਾ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ। ਔਰ ਅੱਜ ਦਾ ਜੋ ਪਾਕ ਅੰਜੀਲ ਹੈ, ਜੋ ਸੰਤ-ਮਤੀ ਦੀ ਅੰਜੀਲ ਵਿੱਚ ਅਸੀਂ ਸੁਣਿਆ ਹੈ ਕਿ ਰੂਪ ਕਥਾਵਾਂ ਦੇ ਰਾਹੀਂ ਯਿਸੂ ਮਸੀਹ ਗੱਲਬਾਤ ਕਰਦਾ ਹੈ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਅੱਜ ਸਵਰਗ ਰਾਜ ਦੀ ਤੁਲਨਾ ਇਹਨਾਂ ਜੋ ਚੀਜ਼ਾਂ ਦੇ ਨਾਲ ਕਰਦਾ ਹੈ। ਕਹਿੰਦਾ ਹੈ ਕਿ ਇੱਕ ਜੋ ਛੁਪੇ ਹੋਏ ਖਜ਼ਾਨੇ ਦੇ ਰਾਹੀਂ ਜੋ ਰੂਪ ਕਥਾ ਪ੍ਰਭੂ ਦੱਸਦਾ ਹੈ ਸਵਰਗ ਰਾਜ ਦੇ ਬਾਰੇ, ਉਹਦੇ ਅਰਥ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਅਨਮੋਲ ਮੋਤੀ ਦੇ ਬਾਰੇ ਜਾਂ ਮਹਾਜਾਲ ਦੇ ਬਾਰੇ। ਜੇਕਰ ਅਸੀਂ ਖੁਦਾ ਦੇ ਪਿਆਰ ਨੂੰ ਸਹੀ ਢੰਗ ਨਾਲ ਸਮਝੀਏ ਤਾਂ ਉਹ ਸਾਡੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਕੀ ਹੈ? ਖੁਦਾ ਦਾ ਪਿਆਰ। ਫਿਰ ਅਸੀਂ ਆਪਣੀ ਸਾਰੀ ਤਾਕਤ ਅਤੇ ਕੋਸ਼ਿਸ਼ ਇਸ ਵਿੱਚ ਵਧਣ ਫੁੱਲਣ ਲਈ ਵਰਤਾਂਗੇ। ਸੱਚਮੁੱਚ ਪਿਆਰੇ ਭੈਣੋ, ਜੋ ਮੋਤੀ ਹੈ, ਅਨਮੋਲ ਮੋਤੀ ਹੈ, ਉਹ ਕੀਮਤੀ ਅਤੇ ਸੁੰਦਰ ਹੁੰਦਾ ਹੈ। ਅਸੀਂ ਸਾਰੇ ਚਾਹੁੰਦੇ ਹਾਂ ਇਸ ਮਹੱਤਵਪੂਰਨ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ। ਅੱਜ ਦੇਖਦੇ ਹਾਂ ਸੋਨਾ ਕਿੰਨਾ ਕੀਮਤੀ ਹੈ, ਔਰ ਅਸੀਂ ਖਰੀਦਣਾ ਚਾਹੁੰਦੇ ਹਾਂ, ਅਸੀਂ ਇਸ ਨੂੰ ਵਰਤਣਾ ਚਾਹੁੰਦੇ ਆਪਣੇ ਜੀਵਨ ਦੇ ਵਿੱਚ, ਕਿਉਂਕਿ ਸਭ ਤੋਂ ਬਹੁਮੁੱਲੀ ਚੀਜ਼ ਹੈ ਸਾਡੇ ਲਈ, ਪ੍ਰਾਪਤ ਕਰਨਾ ਚਾਹੁੰਦੇ ਹਾਂ। ਪਰ ਇਹ ਖੁਦਾਈ ਚੀਜ਼ਾਂ ਤੋਂ ਉੱਪਰ ਨਹੀਂ ਹੈ, ਇਹ ਸੰਸਾਰਿਕ ਚੀਜ਼ਾਂ ਹਨ। स्वर्ग के राज की तुलना प्रभु
ਯੀਸ਼ੂ ਮਸੀਹ ਇਹਨਾਂ ਸੰਸਾਰਿਕ ਚੀਜ਼ਾਂ ਦੇ ਨਾਲ ਕਰ ਦਿੰਦੇ ਹਨ। ਆਓ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਆਪਣੇ ਜੀਵਨ ਦੇ ਵਿੱਚ। ਸਭ ਤੋਂ ਪਹਿਲਾਂ ਸਵਰਗ ਰਾਜ ਅਤੇ ਉਹਦੀ ਇੱਛਾ ਦੀ ਖੋਜ ਕਰੀਏ, ਬਾਕੀ ਸਾਰੀਆਂ ਚੀਜ਼ਾਂ ਸਾਨੂੰ ਆਪ ਮਿਲ ਜਾਣਗੀਆਂ। ਖੁਦਾ ਦੀ ਬਾਣੀ ਵਿੱਚ ਲਿਖਿਆ ਸਭ ਤੋਂ ਪਹਿਲਾਂ ਸਵਰਗ ਰਾਜ, ਉਹਦੀ ਇੱਛਾ ਦੀ ਖੋਜ ਕਰਨੀ। ਪ੍ਰਭੂ ਕੀ ਚਾਹੁੰਦਾ ਹੈ ਸਾਡੇ ਜੀਵਨ ਦੇ ਵਿੱਚੋਂ। ਪ੍ਰਭੂ ਦੇ ਅੱਗੇ ਦੁਆ ਕਰਿਆ ਕਰੋ ਅਕਲ ਅਤੇ ਬੁੱਧ ਦਾ ਵਰਦਾਨ ਦੇ ਮੰਗਣ ਦੇ ਲਈ। ਸਾਡੇ ਜੀਵਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ, ਪਰੇਸ਼ਾਨੀਆਂ ਆਉਂਦੀਆਂ, ਅਜ਼ਮਾਇਸ਼ਾਂ ਸਾਡੇ ਜੀਵਨ ਵਿੱਚ ਆਉਂਦੀਆਂ ਹਨ, ਸਾਡੀ ਪਰਖ ਲੈਣ ਦੇ ਲਈ। ਕਈ ਵਾਰ ਪ੍ਰਭੂ ਸਾਡੀ ਪਰਖ ਲੈਂਦਾ ਹੈ। ਜਿਸ ਤਰ੍ਹਾਂ ਅਸੀਂ ਅਯੂਬ ਨਬੀ ਦੇ ਗ੍ਰੰਥ ਵਿੱਚ ਪੜ੍ਹਦੇ ਹਾਂ, ਕਿਸ ਤਰ੍ਹਾਂ ਅਯੂਬ ਨਬੀ ਦੀ ਜ਼ਿੰਦਗੀ, ਉਹਦੇ ਜੀਵਨ ਦੇ ਵਿੱਚ ਕਿੰਨੀ ਪਰਖ ਆਈ, ਕਿੰਨੀ ਪ੍ਰੀਖਿਆਵਾਂ ਆਈਆਂ, ਸਭ ਕੁਝ ਬਰਬਾਦ ਹੋ ਗਿਆ। ਉਹਦੇ ਧੀਆਂ ਪੁੱਤਰ, ਉਹਦਾ ਮਾਲ ਡੰਗਰ, ਇੱਥੋਂ ਤੱਕ ਉਸ ਨੂੰ ਕੋੜ ਪੈ ਗਿਆ। ਉਹਦੀ ਪਤਨੀ ਕਹਿਣ ਲੱਗੀ ਚੰਗਾ ਹੈ ਤੂੰ ਪਰਮੇਸ਼ਰ ਦਾ ਨਿੰਦਾ ਕਰ ਅਤੇ ਮਰ ਜਾ। ਫਿਰ ਦੱਸਦਾ ਹੈ ਕਿ ਪਰਮੇਸ਼ਰ ਨੇ ਦਿੱਤਾ ਹੈ, ਪਰਮੇਸ਼ਰ ਨੇ ਲਿਆ, ਉਹਦਾ ਨਾਮ ਮੁਬਾਰਕ ਹੋਵੇ। ਉਹਦਾ ਜੀਵਨ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਇਸ ਲਈ ਉਹਨੇ ਆਪਣੇ ਵਿਸ਼ਵਾਸ ਨੂੰ ਕਦੀ ਵੀ ਨਹੀਂ ਛੱਡਿਆ। The value of God's kingdom, ਮਹੱਤਤਾ, ਪ੍ਰਭੂ ਦੇ ਮਹਾਨ ਜੋ ਸਵਰਗ ਰਾਜ ਦੀ ਮਹੱਤਤਾ ਦੇ ਬਾਰੇ ਅਸੀਂ ਜਾਣਨਾ ਹੈ, ਖੂਬੀ ਦੇ ਬਾਰੇ ਜਾਣਨਾ ਕਿੰਨਾ ਜ਼ਰੂਰੀ ਹੈ ਖੁਦਾ ਦਾ ਸਵਰਗ ਰਾਜ। ਜਦੋਂ ਅਸੀਂ ਸੰਤ ਮਰਕਸ ਦੀ ਇੰਜੀਲ ਪੜ੍ਹਦੇ ਹਾਂ, ਸੰਤ ਮਰਕਸ ਦੀ ਇੰਜੀਲ ਉਹਦਾ 1 ਅਧਿਆਇ ਉਹਦੀ 15 ਵਿੱਚ ਵਚਨ ਲਿਖਿਆ ਹੈ ਕਿ ਉਹਨਾਂ ਨੇ ਕਿਹਾ ਠੀਕ ਸਮਾਂ ਆ ਗਿਆ ਹੈ, ਪਰਮੇਸ਼ਰ ਦਾ ਰਾਜ ਨੇੜੇ ਆ ਚੁੱਕਾ ਹੈ, ਆਪਣੇ ਬੁਰੇ ਕੰਮਾਂ ਨੂੰ ਛੱਡੋ ਤੇ ਸ਼ੁਭ ਸਮਾਚਾਰ ਤੇ ਵਿਸ਼ਵਾਸ ਕਰੋ। ਬੁਰੇ ਕੰਮਾਂ ਨੂੰ ਛੱਡੋ ਤੇ ਸ਼ੁਭ ਸਮਾਚਾਰ ਤੇ ਵਿਸ਼ਵਾਸ ਕਰੋ। ਸਵਰਗ ਰਾਜ ਕੀ ਹੈ? ਇਹ ਸੰਸਾਰਿਕ ਰਾਜ ਤੋਂ ਅਲੱਗ ਹੈ। ਇਹ ਸੰਸਾਰ ਦਾ ਰਾਜ ਨਹੀਂ ਹੈ, ਇਹ ਖੁਦਾਈ ਰਾਜ ਹੈ, ਜਿਹਦੇ ਵਿੱਚ ਖੁਦਾ ਵਾਸ ਕਰਦਾ ਹੈ। ਜਿੱਥੇ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ, ਮੈਂ ਉਹਨਾਂ ਦੇ ਵਿਚਕਾਰ ਹਾਜ਼ਰ ਹਾਂ। ਖੁਦਾ ਦੇ ਰਾਹ ਨੂੰ ਜਾਣਨ ਦਾ ਮਤਲਬ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਪ੍ਰਵੇਸ਼ ਕਰਨਾ। ਖੁਦਾ ਦੇ ਰਾਜ ਨੂੰ ਜਾਣਨ ਦਾ ਮਤਲਬ ਕਿ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਸ਼ਰੀਕ ਹੋਣਾ, ਪ੍ਰਭੂ ਦੇ ਨਾਲ ਜੁੜ ਜਾਣਾ, ਤਾਬਿਆਦਾਰੀ ਦੇ ਵਿੱਚ ਰਹਿਣਾ। ਅੱਜ ਦੇ ਇਹਨਾਂ ਪਵਿੱਤਰ ਪਾਠਾਂ ਦੇ ਰਾਹੀਂ ਸਾਨੂੰ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਦੇ ਬਾਰੇ ਸਿੱਖਿਆ ਮਿਲਦੀ ਹੈ। ਸਾਡਾ ਨਜ਼ਰੀਆ ਸਵਰਗ ਰਾਜ ਦੇ ਬਾਰੇ ਕਿਵੇਂ ਦਾ ਹੋਣਾ ਚਾਹੀਦਾ ਹੈ? ਖੁਦਾ ਦੀ ਬਾਣੀ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਅਕਸਰ ਹੀ ਲੋਕਾਂ ਤੇ ਦਇਆ ਕਰਦਾ ਹੈ। ਉਹਨਾਂ ਲੋਕਾਂ ਤੇ ਦਇਆ ਕਰਦਾ ਹੈ, ਬਿਮਾਰਾਂ ਨੂੰ ਚੰਗਾ ਕਰਦਾ ਹੈ, ਕੋੜੀਆਂ ਨੂੰ ਯਿਸੂ ਮਸੀਹ ਚੰਗਾ ਕਰਦਾ ਹੈ। ਜਦੋਂ ਅਸੀਂ ਖੁਦਾ ਦੀ ਬਾਣੀ ਪੜ੍ਹਦੇ ਹਾਂ ਤਾਂ ਸੰਤ ਮਤੀ ਦੀ ਇੰਜੀਲ ਦਾ 4 ਅਧਿਆਇ ਉਹਦੀ 23 ਆਇਤ ਵਿੱਚ ਵਚਨ ਲਿਖਿਆ ਹੈ, ਯਿਸੂ ਸਾਰੇ ਗਲੀਲ ਵਿੱਚ ਗਏ, ਉਹ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ, ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਰਹੇ। ਪ੍ਰਭੂ ਯਿਸੂ ਮਸੀਹ ਨੇ ਸਵਰਗ ਰਾਜ ਦੇ ਪ੍ਰਚਾਰ ਕੀਤਾ, ਸਵਰਗ ਰਾਜ ਦੇ ਬਾਰੇ ਲੋਕਾਂ ਨੂੰ ਚੰਗਾ ਕੀਤਾ, ਸ਼ੁਭ ਸਮਾਚਾਰ ਦੇ ਬਾਰੇ ਦੇ ਸੁਣਾਇਆ। ਫਿਰ ਸੰਤ ਮਤੀ ਇੰਜੀਲ ਉਹਦਾ 9 ਅਧਿਆਇ ਦੇ ਵਿੱਚ ਵਚਨ ਲਿਖਿਆ ਹੈ, ਉਹਦੀ 35 ਆਇਤ ਕਹਿੰਦਾ, ਫਿਰ ਯਿਸੂ ਸਭ ਸ਼ਹਿਰਾਂ ਤੇ ਪਿੰਡਾਂ ਵਿੱਚ ਗਏ, ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੱਤੀ, ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਤੇ ਹਰ ਤਰ੍ਹਾਂ ਦੀ ਕਮਜ਼ੋਰਾਂ ਤੇ ਬਿਮਾਰਾਂ ਨੂੰ ਚੰਗਾ ਕੀਤਾ। ਪ੍ਰਭੂ ਯਿਸੂ ਮਸੀਹ ਦਾ ਮੇਨ ਮਕਸਦ ਸੰਸਾਰ ਦੇ ਵਿੱਚ ਇਹ ਸੀ ਆਉਣਾ ਕਿ ਗਰੀਬਾਂ ਨੂੰ ਖੁਦਾ ਦੇ ਬਾਰੇ ਸੰਦੇਸ਼ ਦੇਵੇ। ਅਸੀਂ ਵੀ ਪ੍ਰਭੂ ਦੇ ਚੁਣੇ ਹੋਏ ਧੀਆਂ ਪੁੱਤਰ ਹਾਂ। ਪ੍ਰਭੂ ਚਾਹੁੰਦਾ ਹੈ ਕਿ ਅਸੀਂ ਉਹਦੇ ਵਿੱਚ ਰਹਿ ਕੇ ਜੀਵਨ ਗੁਜ਼ਾਰੀਏ। ਪ੍ਰਭੂ ਜੀ ਚਾਹੁੰਦਾ ਹੈ ਤੁਸੀਂ ਮੇਰੇ ਤੋਂ ਸਿੱਖ ਲਵੋ, ਮੈਂ ਨਰਮ ਅਤੇ ਆਤਮਾ ਦੇ ਦੀਨ ਹਾਂ। ਜੇਕਰ ਅਸੀਂ ਸਵਰਗ ਰਾਜ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਭੈਣੋ ਤੇ ਭਰਾਓ, ਸਾਨੂੰ ਇਹ ਸੰਸਾਰਿਕ ਜੀਵਨ ਨੂੰ ਤਿਆਗਣਾ ਹੋਵੇਗਾ। ਅਸੀਂ ਹਮੇਸ਼ਾ ਯਾਦ ਰੱਖੀਏ ਕਿ ਸਵਰਗ ਰਾਜ ਹੀ ਸਭ ਤੋਂ ਪਹਿਲਾਂ ਹੈ। ਸਵਰਗ ਰਾਜ ਸਭ ਤੋਂ ਪਹਿਲਾਂ ਹੈ, ਬਾਕੀ ਸੰਸਾਰਿਕ ਚੀਜ਼ਾਂ ਬਾਅਦ ਵਿੱਚ। ਸਭ ਤੋਂ ਪਹਿਲਾਂ ਸਵਰਗ ਰਾਜ ਤੇ ਉਹਦੀ ਇੱਛਾ ਦੀ ਖੋਜ ਕਰੋ, ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਮਿਲ ਜਾਣਗੀਆਂ। ਪ੍ਰਭੂ ਦੇ ਵਿੱਚ ਰਹਿਣਾ ਸਿੱਖ ਜਾਈਏ, ਪ੍ਰਭੂ ਦੇ ਨਾਲ ਰਹਿਣਾ ਸਿੱਖ ਜਾਈਏ, ਪ੍ਰਭੂ ਤੇ ਵਿਸ਼ਵਾਸ ਰੱਖਣਾ ਸਿੱਖ ਜਾਈਏ। Why is the kingdom of God so precious? ਖੁਦਾ ਦਾ ਸਵਰਗ ਰਾਜ ਕਿਉਂ ਸਭ ਤੋਂ ਮਹੱਤਵਪੂਰਨ ਹੈ? ਕਿਉਂ ਸਵਰਗ ਰਾਜ ਸਭ ਤੋਂ ਮਹੱਤਵਪੂਰਨ ਹੈ? ਪ੍ਰਭੂ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਖੁਸ਼ ਰਹੀਏ। ਪ੍ਰਭੂ ਚਾਹੁੰਦਾ ਹੈ ਸਾਡੀ ਜ਼ਿੰਦਗੀ ਵਿੱਚ ਤਰੱਕੀ ਆਵੇ। ਠੀਕ ਪਿਆਰੇ ਪ੍ਰੋਤਪਨ, ਜਿੱਥੇ ਸਾਡੇ ਪ੍ਰਭੂ ਦੀ ਹਜ਼ੂਰੀ ਹੈ ਉੱਥੇ ਖੁਦਾ ਦਾ ਰਾਜ ਹੈ।
ਅਸੀਂ ਖੁਦਾ ਦੇ ਧੀਆਂ ਪੁੱਤਰ ਬਣ ਜਾਂਦੇ ਹਾਂ, ਕਿਉਂਕਿ ਖੁਦਾ ਨੇ ਸਾਨੂੰ ਚੁਣਿਆ ਹੈ। ਮੈਂ ਤੁਹਾਨੂੰ ਨਹੀਂ ਚੁਣਿਆ, ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਤੁਸੀਂ ਜਾਓ, ਜਾ ਕੇ ਫਲਦਾਰ ਬਣੋ। ਅਸੀਂ ਪ੍ਰਭੂ ਦਾ ਧੰਨਵਾਦ ਕਰਨਾ ਆਪਣੇ ਜੀਵਨ ਦੇ ਵਿੱਚ ਭੈਣੇ ਤੇ ਭਰਾਓ। ਸਾਡੇ ਕੰਮਾਂ ਦੇ ਰਾਹੀਂ, ਸਾਡੇ ਬੋਲਣ ਦੇ ਰਾਹੀਂ ਅਸੀਂ ਪ੍ਰਭੂ ਦੇ ਸੁਭ ਸਮਾਚਾਰ ਨੂੰ ਲੋਕਾਂ ਦੇ ਵਿੱਚ ਫੈਲਾ ਸਕਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹੁੰਦਾ ਹਾਂ ਕਿ ਸੈਂਟ ਫਰਾਂਸਿਸ ਅਸੀਸੀ, ਜਿਸ ਨੇ ਆਪਣਾ ਸੰਪੂਰਨ ਜੀਵਨ ਪ੍ਰਭੂ ਦੇ ਲਈ ਕੁਰਬਾਨ ਕਰ ਦਿੱਤਾ, ਆਪਣੇ ਘਰ ਨੂੰ ਤਿਆਗ ਦਿੱਤਾ, ਆਪਣੇ ਮਾਂ-ਬਾਪ ਨੂੰ ਛੱਡ ਦਿੱਤਾ, ਕਿਹਦੇ ਲਈ? ਯਿਸੂ ਦੇ ਲਈ। ਇੱਕ ਵਾਰ ਸੈਂਟ ਫਰਾਂਸਿਸ ਅਸੀਸੀ ਖੇਤਾਂ ਵਿੱਚੋਂ ਦੀ ਹੋ ਕੇ ਜਾ ਰਿਹਾ ਸੀ। ਜਦੋਂ ਕਿਸੇ ਕਿਸਾਨ ਨੇ ਉਸ ਨੂੰ ਦੇਖਿਆ ਦੌੜਦਾ ਹੋਇਆ, ਉਹਦੇ ਕੋਲ ਆਇਆ, ਕਹਿਣ ਲੱਗਾ, ਬ੍ਰਦਰ ਤੁਸੀਂ ਫਰਾਂਸਿਸ ਹੋ, ਫਰਾਂਸਿਸ ਅਸੀਸੀ ਹੋ? ਉਸਨੇ ਕਿਹਾ, ਹਾਂ ਮੈਂ ਫਰਾਂਸਿਸ ਅਸੀਸੀ ਹਾਂ। ਉਸਨੇ ਕਿਹਾ, ਮੈਂ ਲੋਕਾਂ ਦੇ ਕੋਲੋਂ ਤੁਹਾਡੇ ਬਾਰੇ ਬੜੇ ਚੰਗੇ ਵਿਚਾਰ ਸੁਣੇ ਹਨ, ਲੋਕ ਤੁਹਾਡੇ ਬਾਰੇ ਬਹੁਤ ਚੰਗਾ ਬੋਲਦੇ ਹਨ ਕਿ ਤੁਸੀਂ ਪ੍ਰਭੂ ਨੂੰ ਮੰਨਣ ਵਾਲੇ ਹੋ ਔਰ ਆਪਣਾ ਜੀਵਨ ਪ੍ਰਭੂ ਦੇ ਲਈ ਕੁਰਬਾਨ ਕਰ ਦਿੱਤਾ ਹੈ। ਤੇ ਫਿਰ ਕਹਿੰਦਾ ਹੈ, ਸੁਣੋ ਬ੍ਰਦਰ ਫਰਾਂਸਿਸ, ਮੇਰੀ ਗੱਲ ਸੁਣੋ। ਕਹਿੰਦਾ, ਜਿਸ ਤਰ੍ਹਾਂ ਮੈਂ ਤੁਹਾਡੇ ਬਾਰੇ ਸੁਣਿਆ ਹੈ ਚੰਗਾ, ਮੈਂ ਚਾਹੁੰਦਾ ਹਮੇਸ਼ਾ ਤੁਸੀਂ ਇਸ ਤਰ੍ਹਾਂ ਦੇ ਬਣੇ ਰਹੋ, ਚੰਗੇ ਆਦਮੀ ਬਣੇ ਰਹੋ, ਕਿਉਂਕਿ ਤੁਸੀਂ ਖੁਦਾ ਨੇ ਤੁਹਾਨੂੰ ਇੱਕ ਖਾਸ ਮਕਸਦ ਲਈ ਚੁਣਿਆ ਹੈ। ਪਿਆਰੇ ਭਰਾ ਤੇ ਭੈਣੋ, ਠੀਕ ਇਸੇ ਤਰ੍ਹਾਂ ਲੋਕ ਚਾਹੁੰਦੇ ਹਨ ਕਿ ਅਸੀਂ ਚੰਗੇ ਭਲੇ ਆਦਮੀ ਬਣ ਜਾਈਏ, ਅਸੀਂ ਨਿਕਲੰਕ ਜੀਵਨ ਗੁਜ਼ਾਰੀਏ। ਫਿਰ ਜੇਕਰ ਚੰਗਾ ਜੀਵਨ ਗੁਜ਼ਾਰਨਾ ਹੈ ਤਾਂ ਸਾਡੇ ਜੀਵਨ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਵੀ ਆਉਣਗੀਆਂ, ਪਰ ਫਿਰ ਵੀ ਪ੍ਰਭੂ ਦੇ ਵੱਲ ਆਪਣਾ ਧਿਆਨ ਰੱਖਣਾ ਹੈ। ਪ੍ਰਭੂ ਕਹਿੰਦਾ, ਆਪਣੀਆਂ ਸਾਰੀਆਂ ਚਿੰਤਾਵਾਂ ਮੇਰੇ ਉੱਤੇ ਸੁੱਟ ਦਵੋ, ਕਿਉਂਕਿ ਮੈਂ ਤੁਹਾਡੀ ਚਿੰਤਾ ਕਰਦਾ ਹਾਂ, ਮੈਂ ਤੁਹਾਡਾ ਫਿਕਰ ਕਰਦਾ ਹਾਂ। ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਸੁਭਾਅ ਨੂੰ ਨਹੀਂ ਬਦਲਣਾ, ਆਪਣੇ ਸੁਭਾਅ ਨੂੰ ਬਦਲਣਾ ਨਹੀਂ। ਉਹ ਕਿਹਨੂੰ ਕਹਿੰਦਾ? ਸੇਂਟ ਫਰਾਂਸਿਸ ਅਸੀਸੀ ਨੂੰ ਉਹ ਕਿਸਾਨ ਕਹਿੰਦਾ ਹੈ, ਤੂੰ ਆਪਣਾ ਕਿਤੇ ਸੁਭਾਅ ਨਾ ਬਦਲ ਲਵੀਂ, ਸਾਡਾ ਸੁਭਾਅ ਨਾ ਬਦਲ ਜਾਵੇ, ਸਾਡੇ ਵਿੱਚ ਕਿਸੇ ਪ੍ਰਕਾਰ ਦਾ ਘਮੰਡ ਨਾ ਆ ਜਾਵੇ। ਭੈਣੇ ਤੇ ਭਰਾਓ, ਲੋਕ ਚਾਹੁੰਦੇ ਹਨ ਕਿ ਅਸੀਂ ਇੱਕ ਕ੍ਰਿਸਚੀਅਨ ਲੋਕ ਹਾਂ, ਈਸਾਈ ਲੋਕ ਹਾਂ, ਦੁਆ ਕਰਨ ਵਾਲੇ ਹਾਂ, ਪ੍ਰਭੂ ਨੂੰ ਮੰਨਣ ਵਾਲੇ ਹਾਂ। ਤੇ ਇਸ ਲਈ ਆਓ ਪ੍ਰਭੂ ਦਾ ਧੰਨਵਾਦ ਕਰੀਏ। ਠੀਕ ਪਿਆਰੇ ਪ੍ਰੋਤਮ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੀ ਜੋ ਸਾਡੇ ਤੇ ਦਇਆ ਕਰਦਾ ਹੈ, ਸਾਨੂੰ ਖਾਸ ਬਰਕਤਾਂ ਦਿੰਦਾ ਹੈ। ਜੀਵਨ ਇੱਕ ਤੋਹਫੇ ਦੀ ਤਰ੍ਹਾਂ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਯਾਦ ਰੱਖੋ, ਬੁੱਧ ਅਤੇ ਗਿਆਨ ਪਰਮੇਸ਼ਵਰ ਵੱਲੋਂ ਇੱਕ ਤੋਹਫਾ ਹੈ। ਅਕਲ ਅਤੇ ਬੁੱਧ ਜਿਸ ਇਨਸਾਨ ਨੂੰ ਮਿਲ ਜਾਂਦੀ ਹੈ, ਸਭ ਤੋਂ ਵੱਡੀ ਮਹਾਨ ਬਰਕਤ ਉਸ ਨੂੰ ਮਿਲ ਜਾਂਦੀ ਹੈ। ਪ੍ਰਭੂ ਸਾਡਾ ਮੁਕਤੀਦਾਤਾ ਹੈ, ਪ੍ਰਭੂ ਨੂੰ ਹਮੇਸ਼ਾ ਪਿਆਰ ਕਰੀਏ। ਆਓ ਅਸੀਂ ਉਸਦੇ ਸਵਰਗ ਰਾਜ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਆਪ ਨੂੰ ਸੰਪੂਰਨ ਤੌਰ ਤੇ ਸਮਰਪਿਤ ਕਰ ਦਈਏ ਪ੍ਰਭੂ ਯਿਸੂ ਮਸੀਹ ਨੂੰ। ਉਹ ਸਾਡਾ ਖਿਆਲ ਕਰੇਗਾ, ਉਹ ਸਾਡੀ ਚਿੰਤਾ ਕਰੇਗਾ ਅਤੇ ਉਹ ਬਹੁਤਲਾ ਮਾਤਰਾ ਦੇ ਵਿੱਚ ਆਪਣੇ ਜੀਆਂ ਨੂੰ ਦਿੰਦਾ ਹੈ। ਚੋਰ ਕੇਵਲ ਚੋਰੀ ਕਰਨ ਅਤੇ ਡਾਕਾ ਮਾਰਨ ਦੇ ਲਈ ਆਉਂਦਾ ਹੈ, ਮੈਂ ਪਰ ਇਸ ਲਈ ਆਇਆ ਹਾਂ ਤੁਹਾਨੂੰ ਜੀਵਨ ਮਿਲੇ ਅਤੇ ਜੀਵਨ ਹਮੇਸ਼ਾ ਦਾ ਮਿਲੇ। ਭੈਣੇ ਤੇ ਪ੍ਰਭੂ ਦਾ ਧੰਨਵਾਦ ਕਰੀਏ। ਕੋਈ ਵੀ ਚੀਜ਼ ਖੁਦਾ ਸਾਨੂੰ ਦੇ ਸਕਦਾ ਹੈ ਜੇਕਰ ਅਸੀਂ ਸਾਡਾ ਪੂਰਨ ਭਰੋਸਾ ਹੈ। ਕੋਈ ਵੀ ਚੀਜ਼ ਜੋ ਸਾਡੀਆਂ ਚਿੰਤਾਵਾਂ ਹਨ, ਪ੍ਰਭੂ ਤੋਂ ਛੁਪੀਆਂ ਹੋਈਆਂ ਨਹੀਂ ਹਨ। ਪ੍ਰਭੂ ਸਾਡੀ ਹਰ ਤਰ੍ਹਾਂ ਦੀ ਪਰਿਸਥਿਤੀ ਨੂੰ ਜਾਣਦਾ ਹੈ। ਇਸ ਲਈ ਆਓ ਪ੍ਰਭੂ ਦਾ ਧੰਨਵਾਦ ਕਰੀਏ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕੋਵਿਡ-19 ਜੋ ਮਹਾਮਾਰੀ ਹੈ, ਦੁਆ ਕਰੀਏ ਕਿ ਮਹਾਮਾਰੀ ਪ੍ਰਭੂ ਯਿਸੂ ਇਸ ਨੂੰ ਦੂਰ ਕਰੇ ਦੁਨੀਆ ਦੇ ਵਿੱਚੋਂ। ਜੋ ਲੋਕ ਪ੍ਰਭਾਵਿਤ ਹੋ ਗਏ ਹਨ, ਦੁਖੀ ਹਨ, ਪਰੇਸ਼ਾਨ ਹਨ, ਮਰ ਗਏ ਹਨ, ਘਰਾਂ ਦੇ ਵਿੱਚ ਮੁਸ਼ਕਲਾਂ ਹਨ, ਪ੍ਰਭੂ ਤੰਦਰੁਸਤੀ ਦਾ ਵਰਦਾਨ ਬਖਸ਼ੇ, ਗਰੀਬੀ ਨੂੰ ਦੂਰ ਕਰੇ। ਸਾਨੂੰ ਇੱਕ ਆਸ ਉਮੀਦ ਹੈ, ਜਦੋਂ ਪ੍ਰਭੂ ਨੇ ਕਿਹਾ ਹੈ, ਡਰੋ ਨਹੀਂ, ਹੌਸਲਾ ਰੱਖੋ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਸਾਡਾ ਜੀਵਨ ਇੱਕ ਅਨਮੋਲ ਮੋਤੀ ਦੀ ਤਰ੍ਹਾਂ ਹੈ। ਅਸੀਂ ਪ੍ਰੇਸ਼ਿਸ ਹਾਂ, ਅਨਮੋਲ ਮੋਤੀ ਦਾ। ਸਵਰਗ ਰਾਜ ਮਹਾਜਾਲ ਵਰਗਾ ਹੈ। ਸਵਰਗ ਰਾਜ ਮਹਾਜਾਲ ਵਰਗਾ। ਸਵਰਗ ਰਾਜ ਇੱਕ ਖਜ਼ਾਨੇ ਦੀ ਤਰ੍ਹਾਂ, ਜੋ ਛੁਪਿਆ ਹੋਇਆ ਖਜ਼ਾਨਾ ਹੈ, ਇੱਕ ਖੇਤ ਵਿੱਚ ਛੁਪਿਆ ਹੋਇਆ ਖਜ਼ਾਨਾ ਹੈ। ਉਹ ਸਾਡੀ ਜੀਵਨ ਹੈ, ਸਾਡੀ ਜ਼ਿੰਦਗੀ ਹੈ। ਖੁਦਾ ਤੁਹਾਨੂੰ ਇਹਨਾਂ ਵਚਨਾਂ ਨੂੰ ਸੁਣਨ ਦੇ ਰਾਹੀਂ, ਪੜ੍ਹਨ ਦੇ ਰਾਹੀਂ ਬਹੁਤ ਸਾਰੀ ਆਸ਼ੀਸ਼ ਅਤੇ ਬਰਕਤ ਦੇਵੇ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ, ਬਾਪ ਤੇ ਬੇਟੇ ਤੇ ਭਾਗ ਦੇ ਨਾਮ ਤੇ ਆਮੀਨ।